ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਮੁੱਚੀ ਇਮਾਰਤ ਢਹਿ ਢੇਰੀ ਹੋ ਚੁੱਕੀ ਸੀ। ਉਸ ਢਹਿ ਢੇਰੀ ਹੋਈ ਇਮਾਰਤ ਦਾ ਮਾਡਲ ਬਣਾ ਕੇ ਸਾਡੀ ਕੌਮ ਦਾ ਇੱਕ ਦਰਦ ਜਿਹੜਾ ਹੈਗਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਕਲਾ ਦੇ ਨਾਲ। ਉਹ ਮਾਡਲ ਮੈਂ ਤਿਆਰ ਕੀਤਾ। ਕਿੰਨੇ ਕੁ ਦਿਨ ਲੱਗੇ ਇਹਨੂੰ ਬਣਾਉਣ ਦੇ ਵਿੱਚ? ਇਹਨੂੰ ਬਣਾਉਣ ਦੇ ਵਿੱਚ ਤਕਰੀਬਨ 25 ਤੋਂ 30 ਦਿਨਾਂ ਦਾ ਸਮਾਂ ਲੱਗਿਆ। ਰੋਜ਼ 7-8 ਘੰਟੇ ਲਾ ਕੇ ਬੜੀ ਮਿਹਨਤ ਦੇ ਨਾਲ, ਸੁਚਮ ਦੇ ਨਾਲ, ਹੱਥਾਂ ਨੂੰ ਸਾਫ਼ ਕਰਕੇ, ਸਿਰ ਨੂੰ ਢੱਕ ਕੇ, ਜੋੜਿਆਂ ਨੂੰ ਦੂਰ ਰੱਖ ਕੇ, ਬੜੇ ਮਰਿਆਦਾ ਦੇ ਨਾਲ ਧਿਆਨ ਰੱਖ ਕੇ ਤੇ ਇਹ ਮਾਡਲ ਨੂੰ ਮੈਂ ਤਿਆਰ ਕੀਤਾ। ਪਰ ਜੇ ਅੱਜ ਤੱਕ ਦੇਖਿਆ ਜਾਵੇ ਤਾਂ 84 ਤੋਂ ਬਾਅਦ ਅੱਜ ਤੱਕ ਕਿੰਨੇ ਸਾਲ ਬੀਤ ਚੁੱਕੇ ਆ, ਪਰ ਅੱਜ ਤੱਕ ਇਨਸਾਫ ਦੀ ਗੱਲ ਨਹੀਂ ਹੋ ਰਹੀ। ਕਿਵੇਂ ਵੇਖਦੇ ਹੋ? ਦੇਖੋ ਜੀ, ਚਾਹੇ ਉਹ ਕੋਈ ਵੀ ਕਮਿਊਨਿਟੀ ਹੋਵੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਮੈਂ ਚਾਹੁੰਦਾ ਕਿ ਦੁਨੀਆ ਦੇ ਵਿੱਚ ਸਾਰੇ ਖੁਸ਼ੀ ਰਹਿਣ, ਸੁੱਖ ਨਾਲ ਰਹਿਣ, ਏਕਤਾ ਨਾਲ ਰਹਿਣ ਤੇ ਕਿਸੇ ਵੀ ਧਰਮ ਦੀ ਇਸ ਤਰ੍ਹਾਂ ਇਮਾਰਤ ਢਹਿ ਢੇਰੀ ਨਾ ਹੋਵੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਪਹਿਲਾਂ ਤਾਂ। ਦੂਜੀ ਗੱਲ, ਇਨਸਾਫ ਦੀ ਗੱਲ ਇਹ ਹੈ ਕਿ ਸਾਰਿਆਂ ਨੂੰ, ਜਿੱਥੇ ਸਿੱਖ ਕਿਤੇ ਵੀ ਦੁਨੀਆ ਦੇ ਵਿੱਚ ਆਪਦਾ ਆਵੇ, ਚਾਹੇ ਉਹ ਭੁਚਾਲ ਆਵੇ, ਚਾਹੇ ਤੂਫਾਨ ਆਵੇ, ਚਾਹੇ ਕੋਈ ਕਿਸੇ ਦੀ ਇਮਾਰਤ ਢਹਿ ਜਾਵੇ ਜਾਂ ਕੋਈ ਵੀ ਕਮੀ ਆਉਂਦੀ ਹੈ, ਅਕਾਲ ਪੈ ਜੇ, ਉੱਥੇ ਸਿੱਖ ਪਹਿਲ ਦੇ ਆਧਾਰ 'ਤੇ ਜਾ ਕੇ ਬਿਨਾਂ ਜਾਤ ਪਾਤ ਦੇ ਭੇਦਭਾਵ ਤੋਂ ਮਦਦ ਕਰਦਾ ਜਾ ਕੇ, ਚਾਹੇ ਉਹ ਕੋਈ ਵੀ ਮੁਲਕ ਹੋਵੇ, ਚਾਹੇ ਕੋਈ ਵੀ ਸਟੇਟ ਹੋਵੇ। ਇਸੇ ਤਰ੍ਹਾਂ ਹੋਰ ਕਮਿਊਨਿਟੀਆਂ ਨੂੰ ਵੀ, ਜਿਹੜੇ ਉੱਚੇ ਪੱਧਰ ਦੇ ਅਦਾਰੇ ਦੇ ਲੋਕ ਨੇ, ਇਹਨਾਂ ਨੂੰ ਸਿੱਖਾਂ ਦੇ ਹੱਕ ਦੇ ਵਿੱਚ ਖਲੋ ਕੇ ਤੇ ਇਹ ਆਵਾਜ਼ ਨੂੰ ਬੁਲੰਦ ਕਰਕੇ ਸਾਨੂੰ ਇਨਸਾਫ ਮਿਲੇ, ਇਹ ਮੇਰੇ ਦਿਲ ਦੀ ਤਮੰਨਾ। ਸੰਨ 2012 ਦੇ ਵਿੱਚ ਮੈਂ ਦੁਨੀਆ ਦੀ ਇੱਕ ਛੋਟੀ ਜਿਹੀ ਦਸਤਾਰ ਬਣਾਈ ਸੀ, 1 ਇੰਚ ਦੀ, ਸਭ ਤੋਂ ਛੋਟੇ ਸਾਈਜ਼ ਦੀ ਦਸਤਾਰ ਸੀਗੀ ਉਹ। ਜਿਸ ਤਰ੍ਹਾਂ ਅਸੀਂ ਸਿਰ 'ਤੇ ਦਸਤਾਰ ਸਜਾਉਂਦੇ ਉਸੇ ਤਰ੍ਹਾਂ ਪੂਣੀ ਕਰਕੇ ਬਣਾਈ ਸੀਗੀ 1 ਇੰਚ ਦੀ। ਉਹਦੇ ਕਰਕੇ ਮੈਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਟੋਪ 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਦੇ ਕੇ ਨਵਾਜਿਆ ਗਿਆ। ਇਹ ਬੜੀ ਮਾਣ ਵਾਲੀ ਗੱਲ ਸੀਗੀ ਮੇਰੇ ਲਈ ਵੀ ਤੇ ਮੇਰੇ ਪਰਿਵਾਰ ਲਈ ਵੀ, ਸਾਰੇ ਸਿੱਖਾਂ ਲਈ, ਕਿਉਂਕਿ ਦਸਤਾਰ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ 'ਤੇ ਹੋਰ ਉੱਚੇ ਪੱਧਰ 'ਤੇ ਗਿਆ। ਤੇ ਉਹਦੇ ਬਾਅਦ ਇੱਕ ਸਫ਼ਰ ਜੋ ਨੈਸ਼ਨਲ ਤੇ ਵਰਲਡ ਰਿਕਾਰਡਾਂ ਦਾ ਇੱਕ ਸਫ਼ਰ ਸ਼ੁਰੂ ਹੋ ਗਿਆ। ਅੱਗੇ ਚੱਲਦੇ ਚੱਲਦੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਤਕਰੀਬਨ 17 ਦੇ ਕਰੀਬ ਵਰਲਡ ਰਿਕਾਰਡ ਨੇ ਤੇ 7 ਨੈਸ਼ਨਲ ਰਿਕਾਰਡ ਨੇ। ਹੋਰ ਵੀ ਦੇਸ਼ ਦੇ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਜਦੋਂ ਵੀ ਜਾਈਦਾ ਐਗਜੀਬਿਸ਼ਨ ਵਗੈਰਾ ਲਾਉਣ ਤੇ ਬਹੁਤ ਵੱਡੇ ਪੱਧਰ 'ਤੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਮਾਨ ਸਨਮਾਨ ਦੇ ਕੇ ਨਿਵਾਜਿਆ ਜਾਂਦਾ। ਭਾਜੀ, ਜਦ ਅਸੀਂ ਤੁਹਾਡੇ ਘਰ ਦੇ ਅੰਦਰ ਐਂਟਰ ਹੋਏ ਆ ਤਾਂ ਦੇਖਿਆ ਕਿ ਤੁਸੀਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਅਲੱਗ-ਅਲੱਗ ਮਾਡਲ ਤਿਆਰ ਕੀਤੇ ਹੋਏ ਆ, ਪਰ ਇੱਕ ਮਾਡਲ ਅਸੀਂ ਦੇਖਿਆ ਕਿ ਉਹ ਥੋੜ੍ਹਾ ਜਿਸ ਤਰ੍ਹਾਂ ਪੁਰਾਣਾ ਲੱਗ ਰਿਹਾ ਸੀ। ਉਹ 'ਚ ਕੀ ਹੈਗਾ, ਥੋੜ੍ਹਾ ਦੱਸਿਓ। ਬਿਲਕੁਲ ਜੀ, ਮੈਂ ਦੱਸਣਾ ਚਾਹੂँਗਾ। ਅੱਜ ਤੋਂ ਕੁਝ ਚਿਰ ਪਹਿਲਾਂ ਮੈਂ ਇੱਕ ਮਾਡਲ ਤਿਆਰ ਕੀਤਾ ਸੀਗਾ ਸ਼੍ਰੀ ਦਰਬਾਰ ਸਾਹਿਬ ਜੀ ਦਾ, ਜੋ ਕਿ 400 ਸਾਲ ਪੁਰਾਣੀ ਤਕਰੀਬਨ ਜੋ ਦਿੱਖ ਸੀ, ਜਿਸ ਵੇਲੇ ਗੁਰੂ ਸਾਹਿਬਾਨ ਜੀ ਨੇ ਆਪ ਇਮਾਰਤਾਂ ਦੀਆਂ ਜੋ ਆਪ ਸੇਵਾ ਕਰਕੇ ਇਮਾਰਤਾਂ ਤਿਆਰ ਕਰਵਾਈਆਂ ਸੀਗੀਆਂ, ਬਿਨਾਂ ਸੋਨੇ ਦੀ ਸੇਵਾ ਹੋਏ, ਜੋ ਪ੍ਰਕਰਮਾ ਵੀ ਕੱਚੀ ਸੀ ਉਸ ਵੇਲੇ, ਉਹ ਪੁਰਾਤਨ ਦਿੱਖ ਵਾਲਾ ਮਾਡਲ ਤਿਆਰ ਕੀਤਾ ਗਿਆ ਸੀਗਾ 3 ਬਾਈ 3 ਫੁੱਟ ਦਾ। ਜਿਹਦੇ ਵਿੱਚ ਕੀ ਖੂਬੀ ਇਹ ਹੈ ਵੀ ਦੁਨੀਆ ਦੇ ਵਿੱਚ ਅੱਜ ਤੱਕ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੇਰੇ 'ਤੇ ਤਰਸ ਕੀਤਾ ਕਿ ਇਹ ਮੇਰੇ ਲਾਇਕ ਸੇਵਾ ਆਈ। ਅੱਜ ਤੱਕ ਕਿਸੇ ਨੇ ਮਾਡਲ ਤਿਆਰ ਨਹੀਂ ਕੀਤਾ। ਜਿੱਥੇ ਮੈਂ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾਏ ਆ, 5 ਤਖ਼ਤਾਂ ਦੇ ਮਾਡਲ ਬਣਾਏ ਆ, 10 ਪਾਤਸ਼ਾਹੀਆਂ ਦੇ ਜਨਮ ਸਥਾਨ ਬਣਾਏ ਆ, ਕਾਫੀ ਸਾਰੇ ਇੰਡੀਆ ਦੇ ਵਿੱਚ ਜਿਹੜੇ ਸ਼ਾਪਿੰਗ ਮਾਲਸ ਹੁੰਦੇ ਨੇ ਉਹਨਾਂ ਦੇ ਵਿੱਚ ਐਜ ਏ ਕ੍ਰੀਏਟਿਵ ਡਾਇਰੈਕਟਰ ਮੈਂ ਆਪਣੀ ਕਲਾ ਦੇ ਨਾਲ ਜਿੰਨੀ ਵੀ ਡੈਕੋਰੇਸ਼ਨ ਕਰਵਾ ਚੁੱਕਿਆ ਅਤੇ ਕਰਵਾ ਵੀ ਰਿਹਾ ਲਗਾਤਾਰ। ਕਾਫੀ ਸਾਰੇ ਏਅਰਪੋਰਟ ਦੇ ਵਿੱਚ, ਦੁਨੀਆ ਦੇ ਕਾਫੀ ਸਾਰੇ ਅਜਾਇਬ ਘਰਾਂ ਦੇ ਵਿੱਚ ਮੇਰੇ ਬਣਾਏ ਮਾਡਲ ਜਿਹੜੇ ਪਏ ਨੇ ਤੇ ਇਸ ਤਰ੍ਹਾਂ ਸਫ਼ਰ ਜਾਰੀ ਹੈ, ਕਰਦੇ ਆ ਰਹੇ ਹਾਂ, ਬਹੁਤ ਕੁਝ ਬਣਾਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਸਟਾਰ ਟੀਵੀ ਕੈਨੇਡਾ। ਮੈਂ ਇਸ ਸਮੇਂ ਮੌਜੂਦ ਹਾਂ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੀ ਕੋਲ। ਅੱਜ ਇਹਨਾਂ ਦੁਆਰਾ ਇੱਕ ਮਾਡਲ ਬਣਾਇਆ ਗਿਆ, ਗੱਲਬਾਤ ਕਰਦੇ ਹਾਂ ਕਿ ਉਸ ਮਾਡਲ ਦੇ ਵਿੱਚ ਕੀ ਖਾਸ ਹੈ। ਹਾਂਜੀ ਭਾਈ ਸਾਹਿਬ, ਤੁਹਾਡੇ ਦੁਆਰਾ ਜਿਹੜਾ ਮਾਡਲ ਬਣਾਇਆ ਗਿਆ ਕੀ ਖਾਸ ਹੈਗਾ ਉਹਦੇ 'ਚ? ਦੇਖੋ ਜੀ, ਜੂਨ 1984 ਘੱਲੂਘਾਰਾ ਜੋ ਸਿੱਖਾਂ ਦੀ ਬਹੁਤ ਇੱਕ ਦਰਦਨਾਕ ਜੋ ਸਮਾਂ ਸੀਗਾ, ਜੋ ਬੀਤਿਆ ਅੱਜ ਤੋਂ 37 ਸਾਲ ਪਹਿਲਾਂ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਮੁੱਚੀ ਇਮਾਰਤ ਢਹਿ ਢੇਰੀ ਹੋ ਚੁੱਕੀ ਸੀ। ਉਸ ਢਹਿ ਢੇਰੀ ਹੋਈ ਇਮਾਰਤ ਦਾ ਮਾਡਲ ਬਣਾ ਕੇ ਸਾਡੀ ਕੌਮ ਦਾ ਇੱਕ ਦਰਦ ਜਿਹੜਾ ਹੈਗਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਕਲਾ ਦੇ ਨਾਲ। ਉਹ ਮਾਡਲ ਮੈਂ ਤਿਆਰ ਕੀਤਾ। ਕਿੰਨੇ ਕੁ ਦਿਨ ਲੱਗੇ ਇਹਨੂੰ ਬਣਾਉਣ ਦੇ ਵਿੱਚ? ਇਹਨੂੰ ਬਣਾਉਣ ਦੇ ਵਿੱਚ ਤਕਰੀਬਨ 25 ਤੋਂ 30 ਦਿਨਾਂ ਦਾ ਸਮਾਂ ਲੱਗਿਆ। ਰੋਜ਼ 7-8 ਘੰਟੇ ਲਾ ਕੇ ਬੜੀ ਮਿਹਨਤ ਦੇ ਨਾਲ, ਸੁਚਮ ਦੇ ਨਾਲ, ਹੱਥਾਂ ਨੂੰ ਸਾਫ਼ ਕਰਕੇ, ਸਿਰ ਨੂੰ ਢੱਕ ਕੇ, ਜੋੜਿਆਂ ਨੂੰ ਦੂਰ ਰੱਖ ਕੇ, ਬੜੇ ਮਰਿਆਦਾ ਦੇ ਨਾਲ ਧਿਆਨ ਰੱਖ ਕੇ ਤੇ ਇਹ ਮਾਡਲ ਨੂੰ ਮੈਂ ਤਿਆਰ ਕੀਤਾ। ਭਾਜੀ, ਕਿਸ ਤਰ੍ਹਾਂ ਦਿਲ ਦੇ ਵਿੱਚ ਆਇਆ ਕਿ ਇਸ ਚੀਜ਼ ਨੂੰ ਬਣਾਇਆ ਜਾਵੇ?
ਦੇਖੋ ਜੀ, ਤਕਰੀਬਨ ਪਿਛਲੇ 15-20 ਸਾਲ ਤੋਂ ਸੰਨ 2000 ਤੋਂ ਹੀ ਲਗਭਗ ਮੈਂ ਇਸ ਕਲਾ ਦੇ ਨਾਲ ਜੁੜਿਆ ਹੋਇਆ ਅਤੇ ਸ਼ੁਰੂ ਤੋਂ ਹੀ ਕਾਫੀ ਸਾਰੇ ਮਾਡਲ ਬਣਾਏ, ਜਿਹਦੇ ਵਿੱਚ ਕਿ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾਏ, 5 ਤਖ਼ਤ ਸਾਹਿਬਾਨਾਂ ਦੇ ਮਾਡਲ ਬਣਾਏ, 10 ਪਾਤਸ਼ਾਹੀਆਂ ਦੇ ਬਣਾਏ, ਹੋਰ ਵੀ ਸੈਂਕੜੇ ਮਾਡਲ ਤਿਆਰ ਕੀਤੇ। ਅਤੇ ਇੱਕ ਮਨ ਦੇ ਅੰਦਰ ਇੱਕ ਦਰਦ ਸੀਗਾ 1984 ਦਾ ਘੱਲੂ ਘਾਰੇ ਦਾ। ਉਸ ਦਰਦ ਨੂੰ ਵੀ ਇੱਕ ਦਿਲ ਦੀ ਤਮੰਨਾ ਸੀ, ਕਿਉਂ ਨਾ ਆਪਣੀ ਕਲਾ ਨਾਲ ਦੇਸ਼ ਦੀਆਂ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇ। ਅਤੇ ਉਸ ਦ੍ਰਿਸ਼ ਨੂੰ ਮੈਂ ਆਪਣੀ ਕਲਾ ਦੇ ਨਾਲ ਲੈ ਕੇ ਆਇਆ, ਕਿਉਂਕਿ ਇਹ ਮੇਰੇ ਅੰਦਰ ਐਜ ਏ ਸਿੱਖ ਇਹ ਦਰਦ ਸੀਗਾ ਅਤੇ ਮੈਂ ਸੰਗਤਾਂ ਦੇ ਸਾਹਮਣੇ ਲੈ ਕੇ ਆਇਆ। ਗੱਲ ਤੁਸੀਂ ਕੀਤੀ ਹੈ ਦਰਦ ਦੀ, ਪਰ ਜੇ ਅੱਜ ਤੱਕ ਦੇਖਿਆ ਜਾਵੇ ਤਾਂ 84 ਤੋਂ ਬਾਅਦ ਅੱਜ ਤੱਕ ਕਿੰਨੇ ਸਾਲ ਬੀਤ ਚੁੱਕੇ ਆ, ਪਰ ਅੱਜ ਤੱਕ ਇਨਸਾਫ ਦੀ ਗੱਲ ਨਹੀਂ ਹੋ ਰਹੀ। ਕਿਵੇਂ ਵੇਖਦੇ ਹੋ? ਦੇਖੋ ਜੀ, ਚਾਹੇ ਉਹ ਕੋਈ ਵੀ ਕਮਿਊਨਿਟੀ ਹੋਵੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਮੈਂ ਚਾਹੁੰਦਾ ਕਿ ਦੁਨੀਆ ਦੇ ਵਿੱਚ ਸਾਰੇ ਖੁਸ਼ੀ ਰਹਿਣ, ਸੁੱਖ ਨਾਲ ਰਹਿਣ, ਏਕਤਾ ਨਾਲ ਰਹਿਣ, ਅਤੇ ਕਿਸੇ ਵੀ ਧਰਮ ਦੀ ਇਸ ਤਰ੍ਹਾਂ ਇਮਾਰਤ ਢਹਿ ਢੇਰੀ ਨਾ ਹੋਵੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਪਹਿਲਾਂ ਤਾਂ। ਦੂਜੀ ਗੱਲ, ਇਨਸਾਫ ਦੀ ਗੱਲ ਇਹ ਹੈ ਕਿ ਸਾਰਿਆਂ ਨੂੰ, ਜਿੱਥੇ ਸਿੱਖ ਕਿਤੇ ਵੀ ਦੁਨੀਆ ਦੇ ਵਿੱਚ ਆਪਦਾ ਆਵੇ, ਚਾਹੇ ਉਹ ਭੁਚਾਲ ਆਵੇ, ਚਾਹੇ ਤੂਫਾਨ ਆਵੇ, ਚਾਹੇ ਕੋਈ ਕਿਸੇ ਦੀ ਇਮਾਰਤ ਢਹਿ ਜਾਵੇ ਜਾਂ ਕੋਈ ਵੀ ਕਮੀ ਆਉਂਦੀ ਹੈ, ਅਕਾਲ ਪੈ ਜੇ, ਉੱਥੇ ਸਿੱਖ ਪਹਿਲ ਦੇ ਆਧਾਰ 'ਤੇ ਜਾ ਕੇ ਬਿਨਾਂ ਜਾਤ ਪਾਤ ਦੇ ਭੇਦਭਾਵ ਤੋਂ ਮਦਦ ਕਰਦਾ ਜਾ ਕੇ, ਚਾਹੇ ਉਹ ਕੋਈ ਵੀ ਮੁਲਕ ਹੋਵੇ, ਚਾਹੇ ਕੋਈ ਵੀ ਸਟੇਟ ਹੋਵੇ। ਇਸੇ ਤਰ੍ਹਾਂ ਹੋਰ ਕਮਿਊਨਿਟੀਆਂ ਨੂੰ ਵੀ, ਜਿਹੜੇ ਉੱਚੇ ਪੱਧਰ ਦੇ ਅਦਾਰੇ ਦੇ ਲੋਕ ਨੇ, ਇਹਨਾਂ ਨੂੰ ਸਿੱਖਾਂ ਦੇ ਹੱਕ ਦੇ ਵਿੱਚ ਖਲੋ ਕੇ ਅਤੇ ਇਹ ਆਵਾਜ਼ ਨੂੰ ਬੁਲੰਦ ਕਰਕੇ ਸਾਨੂੰ ਇਨਸਾਫ ਮਿਲੇ, ਇਹ ਮੇਰੇ ਦਿਲ ਦੀ ਤਮੰਨਾ। ਭਾਜੀ, ਜਦ ਅਸੀਂ ਤੁਹਾਡੇ ਘਰ ਦੇ ਅੰਦਰ ਐਂਟਰ ਹੋਏ ਆ ਤਾਂ ਦੇਖਿਆ ਕਿ ਤੁਸੀਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਅਲੱਗ-ਅਲੱਗ ਮਾਡਲ ਤਿਆਰ ਕੀਤੇ ਹੋਏ ਆ, ਪਰ ਇੱਕ ਮਾਡਲ ਅਸੀਂ ਦੇਖਿਆ ਕਿ ਉਹ ਥੋੜ੍ਹਾ ਜਿਸ ਤਰ੍ਹਾਂ ਪੁਰਾਣਾ ਲੱਗ ਰਿਹਾ ਸੀ। ਉਹ 'ਚ ਕੀ ਹੈਗਾ, ਥੋੜ੍ਹਾ ਦੱਸਿਓ। ਬਿਲਕੁਲ ਜੀ, ਮੈਂ ਦੱਸਣਾ ਚਾਹੂੰਗਾ। ਅੱਜ ਤੋਂ ਕੁਛ ਚਿਰ ਪਹਿਲਾਂ ਮੈਂ ਇੱਕ ਮਾਡਲ ਤਿਆਰ ਕੀਤਾ ਸੀਗਾ ਸ਼੍ਰੀ ਦਰਬਾਰ ਸਾਹਿਬ ਜੀ ਦਾ, ਜੋ ਕਿ 400 ਸਾਲ ਪੁਰਾਣੀ ਤਕਰੀਬਨ ਜੋ ਦਿੱਖ ਸੀ, ਜਿਸ ਵੇਲੇ ਗੁਰੂ ਸਾਹਿਬਾਨ ਜੀ ਨੇ ਆਪ ਇਮਾਰਤਾਂ ਦੀਆਂ ਜੋ ਆਪ ਸੇਵਾ ਕਰਕੇ ਇਮਾਰਤਾਂ ਤਿਆਰ ਕਰਵਾਈਆਂ ਸੀਗੀਆਂ, ਬਿਨਾਂ ਸੋਨੇ ਦੀ ਸੇਵਾ ਹੋਏ, ਜੋ ਪਰਿਕਰਮਾ ਵੀ ਕੱਚੀ ਸੀ ਉਸ ਵੇਲੇ, ਉਹ ਪੁਰਾਤਨ ਦਿੱਖ ਵਾਲਾ ਇਹ ਮਾਡਲ ਤਿਆਰ ਕੀਤਾ ਗਿਆ ਸੀਗਾ 3 ਬਾਈ 3 ਫੁੱਟ ਦਾ, ਜਿਹਦੇ ਵਿੱਚ ਕੀ ਖੂਬੀ ਇਹ ਹੈ ਵੀ ਦੁਨੀਆ ਦੇ ਵਿੱਚ ਅੱਜ ਤੱਕ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੇਰੇ 'ਤੇ ਤਰਸ ਕੀਤਾ ਕਿ ਇਹ ਮੇਰੇ ਲਾਇਕ ਸੇਵਾ ਆਈ। ਅੱਜ ਤੱਕ ਕਿਸੇ ਨੇ ਮਾਡਲ ਤਿਆਰ ਨਹੀਂ ਕੀਤਾ, ਉਹ ਮਾਡਲ ਤਿਆਰ ਕੀਤਾ ਮੈਂ। ਭਾਜੀ, ਇਹਦੇ ਲਈ ਫਿਰ ਤੁਹਾਨੂੰ ਐਪਰੀਸ਼ੀਏਟ ਵੀ ਕੀਤਾ ਗਿਆ ਜੀ ਕਿਸੇ ਸੰਸਥਾ ਵੱਲੋਂ? ਬਿਲਕੁਲ ਜੀ, ਉਹਦੇ ਨਾਲ ਹੀ ਜਿਸ ਟਾਈਮ ਇਹ ਮਾਡਲ ਬਣਾਇਆ, ਰਿਲੀਜ਼ ਕੀਤਾ, ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਹੋਈ, ਅਤੇ ਨਾਲ ਹੀ ਵਰਲਡ ਬੁੱਕ ਆਫ ਰਿਕਾਰਡ ਆਸਟ੍ਰੇਲੀਆ ਵੱਲੋਂ ਵਰਲਡ ਰਿਕਾਰਡ ਦੇ ਕੇ ਨਵਾਜਿਆ ਗਿਆ। ਇਹ ਮੇਰੇ ਲਈ ਨਹੀਂ, ਪੂਰੀ ਦੁਨੀਆ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਸੰਗਤਾਂ ਲਈ ਇਹ ਬੜੇ ਮਾਣ ਵਾਲੀ, ਫਖਰ ਵਾਲੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਜੀ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਬੁਲੰਦੀਆਂ 'ਤੇ ਹੈ। ਕੀ ਬਣਾ ਚੁੱਕੇ ਹੋ ਭਾਜੀ ਅਜੇ ਤੱਕ? ਜਿੱਥੇ ਮੈਂ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾਏ ਹੈ, 5 ਤਖ਼ਤਾਂ ਦੇ ਮਾਡਲ ਬਣਾਏ ਹੈ, 10 ਪਾਤਸ਼ਾਹੀਆਂ ਦੇ ਜਨਮ ਸਥਾਨ ਬਣਾਏ ਹੈ, ਕਾਫੀ ਸਾਰੇ ਇੰਡੀਆ ਦੇ ਵਿੱਚ ਜਿਹੜੇ ਸ਼ੋਪਿੰਗ ਮਾਲਸ ਹੁੰਦੇ ਨੇ, ਉਹਨਾਂ ਦੇ ਵਿੱਚ ਐਜ ਏ ਕ੍ਰੀਏਟਿਵ ਡਾਇਰੈਕਟਰ ਮੈਂ ਆਪਣੀ ਕਲਾ ਦੇ ਨਾਲ ਜਿੰਨੀ ਵੀ ਡੈਕੋਰੇਸ਼ਨ ਕਰਵਾ ਚੁੱਕਿਆ ਅਤੇ ਕਰਵਾ ਵੀ ਰਿਹਾ ਲਗਾਤਾਰ। ਕਾਫੀ ਸਾਰੇ ਏਅਰਪੋਰਟ ਦੇ ਵਿੱਚ, ਦੁਨੀਆ ਦੇ ਕਾਫੀ ਸਾਰੇ ਅਜਾਇਬ ਘਰਾਂ ਦੇ ਵਿੱਚ ਮੇਰੇ ਬਣਾਏ ਮਾਡਲ ਜਿਹੜੇ ਪਏ ਨੇ, ਅਤੇ ਇਸ ਤਰ੍ਹਾਂ ਸਫ਼ਰ ਜਾਰੀ ਹੈ, ਕਰਦੇ ਆ ਰਹੇ ਹਾਂ, ਬਹੁਤ ਕੁਛ ਬਣਾਇਆ। ਤਾਂ ਭਾਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਨੂੰ ਆਸਟ੍ਰੇਲੀਅਨ ਗੌਰਮੈਂਟ ਵੱਲੋਂ ਤੁਹਾਨੂੰ ਜਿਹੜਾ ਮਾਨ ਸਨਮਾਨ ਦਿੱਤਾ ਗਿਆ, ਪਹਿਲੀ ਵਾਰ ਤੁਹਾਡਾ ਕਦ ਨਾਮ ਦਰਜ ਹੋਇਆ ਜਦ ਕਿ ਤੁਸੀਂ ਆਪਣਾ ਜੋ ਵੀ ਮਾਡਲ ਤਿਆਰ ਕਰਦੇ ਹੋ, ਪਹਿਲੀ ਵਾਰ ਤੁਹਾਡਾ ਨਾਮ ਕਦ ਦਰਜ ਕੀਤਾ ਗਿਆ? ਸੰਨ 2012 ਦੇ ਵਿੱਚ ਮੈਂ ਦੁਨੀਆ ਦੀ ਇੱਕ ਛੋਟੀ ਜਿਹੀ ਦਸਤਾਰ ਬਣਾਈ ਸੀ, 1 ਇੰਚ ਦੀ, ਸਭ ਤੋਂ ਛੋਟੇ ਸਾਈਜ਼ ਦੀ ਦਸਤਾਰ ਸੀਗੀ ਉਹ। ਜਿਸ ਤਰ੍ਹਾਂ ਅਸੀਂ ਸਿਰ 'ਤੇ ਦਸਤਾਰ ਸਜਾਉਂਦੇ ਹਾਂ, ਉਸੇ ਤਰ੍ਹਾਂ ਪੂਣੀ ਕਰਕੇ ਬਣਾਈ ਸੀਗੀ 1 ਇੰਚ ਦੀ। ਉਹਦੇ ਕਰਕੇ ਮੈਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਟੋਪ 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਦੇ ਕੇ ਨਵਾਜਿਆ ਗਿਆ। ਇਹ ਬੜੀ ਮਾਣ ਵਾਲੀ ਗੱਲ ਸੀਗੀ ਮੇਰੇ ਲਈ ਵੀ ਅਤੇ ਮੇਰੇ ਪਰਿਵਾਰ ਲਈ ਵੀ, ਸਾਰੇ ਸਿੱਖਾਂ ਲਈ, ਕਿਉਂਕਿ ਦਸਤਾਰ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ 'ਤੇ ਹੋਰ ਉੱਚੇ ਪੱਧਰ 'ਤੇ ਗਿਆ। ਅਤੇ ਉਹਦੇ ਬਾਅਦ ਇੱਕ ਸਫ਼ਰ ਜੋ ਨੈਸ਼ਨਲ ਅਤੇ ਵਰਲਡ ਰਿਕਾਰਡਾਂ ਦਾ ਇੱਕ ਸਫ਼ਰ ਸ਼ੁਰੂ ਹੋ ਗਿਆ। ਅੱਗੇ ਚੱਲਦੇ ਚੱਲਦੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਤਕਰੀਬਨ 17 ਦੇ ਕਰੀਬ ਵਰਲਡ ਰਿਕਾਰਡ ਨੇ ਅਤੇ 7 ਨੈਸ਼ਨਲ ਰਿਕਾਰਡ ਨੇ। ਹੋਰ ਵੀ ਦੇਸ਼ ਦੇ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਜਦੋਂ ਵੀ ਜਾਈਦਾ ਐਗਜੀਬਿਸ਼ਨ ਵਗੈਰਾ ਲਾਉਣ, ਅਤੇ ਬਹੁਤ ਵੱਡੇ ਪੱਧਰ 'ਤੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਮਾਨ ਸਨਮਾਨ ਦੇ ਕੇ ਨਿਵਾਜਿਆ ਜਾਂਦਾ। ਕਿਹੜੀਆਂ ਕੰਟਰੀਆਂ ਦੇ ਵਿੱਚ ਵਿਜ਼ਿਟ ਕਰ ਚੁੱਕੇ ਹੋ? ਮੈਂ ਜੀ ਜਰਮਨੀ, ਫਰਾਂਸ, ਇਟਲੀ, ਆਸਟਰੀਆ, ਇੰਗਲੈਂਡ ਦੇ ਵਿੱਚ, ਮਲੇਸ਼ੀਆ ਦੇ ਵਿੱਚ, ਸਿੰਗਾਪੁਰ ਦੇ ਵਿੱਚ, ਕੈਨੇਡਾ ਦੇ ਵਿੱਚ, ਕਾਫੀ ਕੰਟਰੀਆਂ ਦੇ ਕਾਫੀ ਵਾਰੀ ਜਾ ਕੇ ਇੱਥੇ ਐਗਜੀਬਿਸ਼ਨਾਂ ਵਗੈਰਾ ਲਾਈ ਦੀਆਂ ਅਤੇ ਆਪਣੀ ਜਿਹੜੀ ਕਲਾ ਹੈਗੀ ਹੈ ਲੋਕਾਂ ਤਾਈਂ ਲੈ ਕੇ ਜਾਈਦੀ ਹੈ। ਅਤੇ ਪਰਮਾਤਮਾ ਦੀ ਕਿਰਪਾ ਨਾਲ ਸਫ਼ਰ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ।
ਕਿੰਨਾ ਕੁ ਐਪਰੀਸ਼ੀਏਟ ਕਰਦੇ ਨੇ ਤੁਹਾਨੂੰ ਜਦ ਤੁਸੀਂ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣਾ ਜੋ ਤੁਸੀਂ ਬਣਾਉਂਦੇ ਹੋ ਉਹਨਾਂ ਦੇ ਅੱਗੇ ਪੇਸ਼ ਕਰਦੇ ਹੋ? ਔਰ ਪੰਜਾਬੀਆਂ ਨੇ ਤਾਂ ਕਰਨਾ ਹੀ ਕਰਨਾ, ਉਹਦੇ ਨਾਲ ਜਿਸ ਤਰ੍ਹਾਂ ਫੋਰਨਰ ਜਿਹੜੇ ਗੋਰੇ ਨੇ ਉਹ ਵੀ ਕਰਦੇ ਨੇ। ਬਿਲਕੁਲ ਜੀ, ਮੈਂ ਟੋਰਾਂਟੋ ਗਿਆ ਸੀਗਾ, CN ਟਾਵਰ ਦਾ ਵੀ ਮੈਂ ਮਾਡਲ ਤਿਆਰ ਕੀਤਾ। ਉਸ ਵੇਲੇ ਉੱਥੋਂ ਦੇ ਆਫਿਸਰਸ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਇਹ ਮਾਡਲ ਬਣਾਇਆ ਸਾਡੇ CN ਟਾਵਰ ਦਾ, ਅਤੇ ਬੜੇ ਖੁਸ਼ ਹੋਏ, ਪ੍ਰਭਾਵਿਤ ਹੋਏ। ਉਹਨਾਂ ਨੇ ਫੋਟੋਆਂ ਲਈਆਂ ਸਾਡੇ ਨਾਲ ਵੀ ਬੜੀ ਸਾਨੂੰ ਖੁਸ਼ੀ ਹੈ ਵੀ ਇੱਕ ਆਰਟਿਸਟ ਇੰਡੀਆ ਤੋਂ ਚੱਲ ਕੇ ਆਇਆ। ਜਦੋਂ ਐਫਲ ਟਾਵਰ ਘੁੰਮਣ ਜਾਈਦਾ ਪੈਰਿਸ ਦੇ ਵਿੱਚ, ਉੱਥੇ ਵੀ ਬੜਾ ਖੁਸ਼ ਹੁੰਦੇ ਆ। ਲੰਦਨ ਬ੍ਰਿਜ ਦਾ ਮਾਡਲ ਬਣਾਇਆ, ਉੱਥੇ ਗਏ ਤਾਂ ਉਹ ਵੀ ਬੜੇ ਖੁਸ਼ ਹੁੰਦੇ ਆ ਦੇਖ ਕੇ, ਕਿਉਂਕਿ ਕਿਤੇ ਨਾ ਕਿਤੇ ਨਿਊਜ਼ ਚੈਨਲਾਂ ਦੇ ਵਿੱਚ ਜਾਂ ਕਿਤੇ ਹੋਰ ਨਿਊਜ਼ਪੇਪਰਸ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ ਕੁਛ ਨਾ ਕੁਛ ਛਪਿਆ ਹੁੰਦਾ ਅਤੇ ਲੋਕ ਪਛਾਣ ਲੈਂਦੇ ਫਿਰ, ਅਤੇ ਬੜਾ ਚੰਗਾ ਲੱਗਦਾ ਸਾਨੂੰ ਵੀ ਦੇਖ ਕੇ ਕਿ ਹਾਂ ਇਸ ਕਲਾ ਦੇ ਜ਼ਰੀਏ ਦੁਨੀਆ ਦੇ ਵਿੱਚ ਨਾਮ ਹੋਇਆ। ਸ਼ੁਰੂਆਤ ਕਿਸ ਤਰ੍ਹਾਂ ਹੋਈ ਭਾਜੀ? ਸ਼ੁਰੂਆਤ ਮੈਂ ਆਪਣੇ ਖੁਦ ਦੇ ਘਰ ਦਾ ਇੱਕ ਮਾਡਲ ਬਣਾਇਆ ਸੀ ਅੱਜ ਤੋਂ 20 ਸਾਲ ਪਹਿਲਾਂ। ਕੱਚਾ ਘਰ ਹੁੰਦਾ ਸੀ ਸਾਡਾ, ਅਤੇ ਉਹਦਾ ਮਾਡਲ ਬਣਾਇਆ, ਅਤੇ ਪਰਿਵਾਰ ਵੱਲੋਂ ਵੀ ਸ਼ਲਾਘਾ ਹੋਈ, ਅਤੇ ਜਦੋਂ ਦੋਸਤਾਂ ਮਿੱਤਰਾਂ ਨੇ ਵੀ ਤਾਰੀਫ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਕਲਾ ਲੱਗਦਾ ਕਿ ਅੱਗੇ ਲੈ ਕੇ ਜਾਣੀ ਚਾਹੀਦੀ ਹੈ। ਪਰਮਾਤਮਾ ਵੱਲੋਂ ਵੀ ਇੱਕ ਆਵਾਜ਼ ਆਈ ਮੇਰੇ ਮਨ ਦੇ ਵਿੱਚ, ਅਤੇ ਮੈਂ ਇਸ ਨੂੰ ਅੱਗੇ ਲੈ ਕੇ ਗਿਆ। ਅਤੇ ਦੁਨੀਆ ਦੇ 7 ਅਜੂਬੇ ਜਿਵੇਂ ਚੀਨ ਦੀ ਦੀਵਾਰ, ਐਫਲ ਟਾਵਰ, ਤਾਜ ਮਹਿਲ, ਸਟੈਚੂ ਆਫ ਲਿਬਰਟੀ, ਅਤੇ ਦਾ ਹਾਰਬਰ ਬ੍ਰਿਜ ਜਿਹੜਾ ਆਸਟ੍ਰੇਲੀਆ ਦਾ, ਟਾਵਰ ਬ੍ਰਿਜ ਆਫ ਲੰਦਨ, CN ਟਾਵਰ, ਅਮਰੀਕਾ ਦਾ ਵਾਈਟ ਹਾਊਸ, ਪਤਾ ਹੀ ਨਹੀਂ ਕਿੰਨੇ ਕੁ ਜਿਹੜੇ ਇਸ ਤਰ੍ਹਾਂ ਦੇ ਮਾਡਲ ਜਿਹੜੇ ਵਰਲਡ ਫੇਮਸ ਮੈਂ ਆਪਣੇ ਹੱਥਾਂ ਨਾਲ ਬਣਾਏ, ਅਤੇ ਹੁਣ ਤਾਂ ਯਾਦ ਵੀ ਨਹੀਂ ਵੀ ਕੀ ਕੁਛ ਬਣਾਇਆ। ਤਾਂ ਭਾਜੀ ਜਦੋਂ ਤੁਸੀਂ ਇਹ ਚੀਜ਼ਾਂ ਬਣਾਉਂਦੇ ਹੋ, ਜਿਸ ਤਰ੍ਹਾਂ ਕਿ ਤੁਸੀਂ ਦਰਬਾਰ ਸਾਹਿਬ ਜੀ ਦਾ ਮਾਡਲ ਤਿਆਰ ਕੀਤਾ ਆ ਕਿ ਜਦੋਂ ਇੱਥੇ ਅਟੈਕ ਹੋਇਆ ਸੀ 1984 ਦੇ ਵਿੱਚ, ਤਾਂ ਇਹਦੇ ਲਈ ਤੁਹਾਨੂੰ ਫਿਰ ਸਟੱਡੀ ਵੀ ਕਰਨੀ ਪੈਂਦੀ ਹੈ? ਬਿਲਕੁਲ ਜੀ, ਹਮੇਸ਼ਾ ਹੀ ਇਹ ਜੋ ਪਵਿੱਤਰ ਸਥਾਨ ਹੈ ਢਹਿ ਢੇਰੀ ਹੋਇਆ, ਸਮੁੱਚੀ ਜਿਹੜੀ ਇਤਿਹਾਸਕ ਡਿਟੇਲ ਇਕੱਠੀ ਕਰਕੇ ਲਾਇਬ੍ਰੇਰੀਆਂ ਦੇ ਵਿੱਚ ਗਏ, ਬੁੱਕਾਂ ਵੀ ਪੜ੍ਹੀਆਂ, ਪੁਰਾਤਨ ਉਸ ਟਾਈਮ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਨਾਲ ਵੀ ਬਹਿ ਕੇ ਸੰਗਤ ਕੀਤੀ, ਅਤੇ ਪਤਾ ਚੱਲਿਆ ਸਾਰਾ ਇਤਿਹਾਸ, ਅਤੇ ਉਸ ਤੋਂ ਬਾਅਦ ਮਾਡਲ ਬਣਾਇਆ। ਅਤੇ ਹੋਰ ਵੀ ਜਿੰਨੇ ਮੈਂ ਮਾਡਲ ਬਣਾਉਣਾ, ਪਹਿਲਾਂ ਇਤਿਹਾਸ ਦੀ ਤਹਿ ਤਾਈਂ ਜਾ ਕੇ ਸਾਰੇ ਡਿਟੇਲ ਲੈ ਕੇ ਉਸ ਤੋਂ ਬਾਅਦ ਹੀ ਮਾਡਲ ਬਣਾਈਦਾ। ਤਾਂ ਭਾਜੀ ਫਿਰ ਕਿੰਨੀ ਕੁ ਮੰਗ ਇਹਨਾਂ ਦੀ ਜਿਹੜੀ ਆ ਤੁਹਾਨੂੰ ਆਉਂਦੀ ਹੈ ਲੋਕਾਂ ਦੁਆਰਾ? ਕਾਫੀ ਸਾਰੇ ਦੇਸ਼ ਦੇ ਵਿੱਚ ਵੱਸਦੀਆਂ ਸਾਡੀਆਂ ਸਿੱਖ ਨੌਜਵਾਨ, ਸਾਡੀਆਂ ਧਾਰਮਿਕ ਕਮੇਟੀਆਂ, ਅਦਾਰਿਆਂ ਵੱਲੋਂ ਸੱਦੇ ਪੱਤਰ ਆਉਂਦੇ ਹੈ ਅਜਾਇਬ ਘਰਾਂ ਲਈ ਜਾਂ ਨਗਰ ਕੀਰਤਨਾਂ ਦੇ ਵਿੱਚ ਸੁਸ਼ੋਭਿਤ ਕਰਨ ਲਈ, ਜਾਂ ਕੋਈ ਵੱਡੇ ਹਾਲ ਦੇ ਵਿੱਚ ਬਣਾਉਣ ਲਈ 5 ਫੁੱਟ, 10 ਫੁੱਟ, 20 ਫੁੱਟ, ਕਿਸੇ ਵੀ ਸਾਈਜ਼ ਦਾ ਕੋਈ ਵੀ ਮਾਡਲ, ਚਾਹੇ ਕੋਈ ਧਾਰਮਿਕ ਸਥਾਨ ਦਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਹੋਵੇ, ਅਤੇ ਜਦੋਂ ਵੀ ਸੰਗਤਾਂ ਵੱਲੋਂ ਹੁਕਮ ਹੁੰਦਾ ਤਾਂ ਉੱਥੇ ਜਾ ਕੇ ਫਿਰ ਬਣਾਈ ਦੇ ਨੇ। ਸਭ ਤੋਂ ਵੱਡਾ ਸਾਈਜ਼ ਅੱਜ ਤੱਕ ਕਿਹੜਾ ਬਣਾ ਚੁੱਕੇ ਹੋ ਤੁਸੀਂ? ਮੈਂ ਜੀ ਐਫਲ ਟਾਵਰ ਦਾ ਮਾਡਲ ਬਣਾਇਆ ਸੀ ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਇੱਕ ਮਾਲ ਦੇ ਵਿੱਚ 40 ਫੁੱਟ ਉੱਚਾ, ਅਤੇ ਸ੍ਰੀ ਦਰਬਾਰ ਸਾਹਿਬ ਜੀ ਦਾ 16 ਬਾਏ 16 ਫੁੱਟ ਦਾ ਮਾਡਲ ਬਣਾਇਆ ਸੀ ਇੱਥੇ ਮਾਲ ਆਫ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਇਲਾਵਾ ਸਿੰਗਾਪੁਰ ਦੇ ਵਿੱਚ ਵੀ ਬਣਾਇਆ, ਮਲੇਸ਼ੀਆ ਦੇ ਵਿੱਚ ਵੀ 10 ਫੁੱਟ ਦਾ ਇੱਕ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦਾ ਮਾਡਲ ਬਣਾਇਆ, ਕਰਤਾਰਪੁਰ ਸਾਹਿਬ ਦੇ ਮਾਡਲ 8-8, 10-10 ਫੁੱਟ ਦੇ ਬਣਾਏ, ਕਾਫੀ ਕੁਛ ਬਹੁਤ ਵੱਡੇ ਸਾਈਜ਼ ਦੇ ਬਣਾਏ, ਬਹੁਤ ਸਾਰੇ ਮਾਡਲ ਬਣਾਏ। ਤਾਂ ਭਾਜੀ ਜਿਸ ਤਰ੍ਹਾਂ ਤੁਸੀਂ ਇੱਕ ਇਹਨੂੰ ਸ਼ੌਂਕ ਦੇ ਤੌਰ 'ਤੇ ਕਹਿ ਸਕਦੇ ਵੀ ਤੁਸੀਂ ਇਹਦੀ ਸ਼ੁਰੂਆਤ ਕੀਤੀ ਸੀ, ਤਾਂ ਹੁਣ ਤੁਹਾਡਾ ਇਹ ਬਿਜ਼ਨਸ ਵੀ ਬਣ ਚੁੱਕਾ ਆ, ਤਾਂ ਕਿਸ ਤਰ੍ਹਾਂ ਫਿਰ ਵਧੀਆ ਅਰਨਿੰਗ ਹੋ ਜਾਂਦੀ ਹੈ ਜੀ? ਬਿਲਕੁਲ ਜੀ, ਜਿੱਥੇ ਸ਼ੌਂਕ ਨਾਲ ਸ਼ੁਰੂਆਤ ਕੀਤੀ ਅਤੇ ਗੱਲ ਕਰੀਏ ਅਰਨਿੰਗ ਦੀ, ਇਹ ਕਿੱਤਾ ਬਣ ਗਿਆ। ਲੇਕਿਨ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਕਿੱਤਾ ਐਸਾ ਬਣਿਆ ਕਿ ਉਸ ਕਿੱਤੇ ਦੇ ਨਾਲ ਮੈਂ ਆਪਣੇ ਜਿਹੜਾ ਸਮਾਜ ਦੇ ਵਿੱਚ ਵਿਚਰਦੇ ਹਾਂ, ਆਪਣੇ ਸਿੱਖੀ ਸਿਧਾਂਤਾਂ ਦਾ, ਸਿੱਖ ਇਤਿਹਾਸ ਦਾ ਪ੍ਰਚਾਰ ਕਰ ਰਹੇ ਹਾਂ, ਸਾਡੇ ਕਲਚਰ ਨੂੰ ਅੱਗੇ ਤਾਈਂ ਲੈ ਕੇ ਜਾ ਰਹੇ ਹਾਂ। ਹੋਰ ਵੀ ਧਰਮਾਂ ਦਾ ਮੈਂ ਸਤਿਕਾਰ ਕਰਦਾ ਹਾਂ। ਮੈਂ ਹਿੰਦੂਇਜ਼ਮ ਨਾਲ ਜੁੜੇ ਵੀ ਮਾਡਲ ਬਣਾਏ ਹੈ, ਮੱਕਾ ਕਾਬਾ ਦਾ ਵੀ ਮੈਂ ਮਾਡਲ ਤਿਆਰ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਚਰਚ ਹੈ ਵੈਟੀਕਨ ਦੇ ਵਿੱਚ, ਸੈਂਟ ਬੈਸੀਲਿਕਾ ਚਰਚ, ਉਹਦਾ ਵੀ ਮੈਂ ਮਾਡਲ ਬਣਾਇਆ। ਤਾਂ ਮੈਂ ਸਭ ਦਾ ਸਤਿਕਾਰ ਕਰਦਾ, ਅਤੇ ਇਸੇ ਤਰ੍ਹਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਕਲਾਕਿਰਤ ਨਾਲ ਜੁੜੇ ਰਹੀਏ। ਤਾਂ ਭਾਜੀ ਇਹ ਕੰਮ ਇਕੱਲੇ ਕਰਦੇ ਜਾਂ ਪਰਿਵਾਰਕ ਮੈਂਬਰ ਵੀ ਨਾਲ ਹੈਲਪ ਕਰਦੇ ਆ? ਪਰਿਵਾਰ ਮੇਰੇ 2 ਬੱਚੇ ਆ, ਇੱਕ ਬੇਟਾ 13-14 ਸਾਲ ਦਾ, ਅਤੇ ਇੱਕ ਬੇਟੀ 8 ਸਾਲ ਦੀ, ਅਤੇ ਉਹ ਵੀ ਮੇਰੀ ਵਾਈਫ ਵੀ, ਅਤੇ ਮੇਰੇ ਸਾਥ ਦਿੰਦੇ ਆ ਕਲਾ ਦੇ ਵਿੱਚ, ਕਿਉਂਕਿ ਘਰੇ ਮਾਹੌਲ ਕਲਾਕਿਰਤਾਂ ਵਾਲਾ ਰਹਿੰਦਾ, ਕੋਈ ਨਾ ਕੋਈ ਚੀਜ਼ ਕ੍ਰੀਏਟਿਵਿਟੀ ਸ਼ੁਰੂ ਹੋਈ ਰਹਿੰਦੀ ਹੈ, ਅਤੇ ਮੈਨੂੰ ਦੇਖ ਕੇ ਖੁਸ਼ੀ ਹੁੰਦੀ ਕਿ ਮੇਰੇ ਬੱਚੇ ਵੀ ਮੇਰੇ ਪਿੱਛੇ ਆ ਰਹੇ। ਇਹ ਭਾਜੀ ਇਹ ਤੁਹਾਡੀ ਉਦੋਂ ਮੈਰਿਜ ਹੋ ਚੁੱਕੀ ਸੀ ਜਦ ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਆ, ਕਿ ਬਾਅਦ ਵਿੱਚ ਇਸ ਕੰਮ ਦੀ ਸ਼ੁਰੂਆਤ ਕੀਤੀ, ਆਫਟਰ ਮੈਰਿਜ ਕੀਤੀ ਹੈ? ਨਹੀਂ ਜੀ, ਮੈਰਿਜ ਤੋਂ ਤਾਂ ਬਹੁਤ ਸਾਲ ਪਹਿਲਾਂ, ਮੈਰਿਜ ਹੋਈ ਨੂੰ ਅਜੇ 15 ਸਾਲ ਹੋਏ, ਅਤੇ ਮੈਨੂੰ ਇਸ ਆਰਟ ਦੇ ਵਿੱਚ ਤਕਰੀਬਨ ਮੈਂ ਸੰਨ 2000 ਤੋਂ ਸ਼ੁਰੂਆਤ ਕੀਤੀ ਹੋਈ ਹੈ, ਅਤੇ 21 ਸਾਲ ਤਕਰੀਬਨ ਹੋ ਜਾਣ ਲੱਗੇ ਹੁਣ। ਅਤੇ ਪਰਮਾਤਮਾ ਦੀ ਕਿਰਪਾ ਨਾਲ ਇਹੀ ਅਰਦਾਸ ਹੈ ਕਿ ਇਸੇ ਤਰ੍ਹਾਂ ਕਲਾਕਿਰਤ ਨਾਲ ਜੁੜਦੇ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਪੂਰੀ ਹੋ। ਤਾਂ ਫਿਰ ਕਦੀ ਤੁਹਾਡੇ ਜਿਹੜੇ ਧਰਮ ਪਤਨੀ ਨੇ ਉਹਨਾਂ ਵੱਲੋਂ ਵੀ ਕਦੀ ਕੋਈ ਪਰਸਨਲੀ ਡਿਮਾਂਡ ਕੀਤੀ ਗਈ ਹੈ ਕਿ ਕੁਛ ਆਹ ਚੀਜ਼ ਮੈਨੂੰ ਬਣਾ ਕੇ ਦਿਓ?
ਜਾਂ ਕਦੀ ਤੁਸੀਂ ਇਹਨਾਂ ਦੇ ਬਰਥਡੇ ਤੇ ਜਾਂ ਕਦੀ ਐਨੀਵਰਸਰੀ ਤੇ ਕੁਝ ਬਣਾ ਕੇ ਦਿੱਤਾ ਹੋਵੇ? ਬਿਲਕੁਲ ਜੀ, ਕੋਈ ਨਾ ਕੋਈ ਜਿਵੇਂ ਗਿਫਟ ਆਪਣੇ ਬੱਚਿਆਂ ਨੂੰ ਬਣਾ ਕੇ ਦੇਈਦਾ, ਬੱਚੇ ਮੈਨੂੰ ਦਿੰਦੇ ਆ ਬਣਾ ਕੇ, ਮੈਂ ਆਪਣੇ ਪਰਿਵਾਰ ਦੇ ਵਿੱਚ ਕੋਈ ਦਿਨ ਵਾਰ ਹੁੰਦਾ ਤੇ ਇਸ ਤਰ੍ਹਾਂ ਬਣਾ ਕੇ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰੀਦੀਆਂ, ਵਧੀਆ ਲੱਗਦਾ। ਤਾਂ ਮੈਨੂੰ ਇਹ ਲਾਸਟ ਸਵਾਲ ਹੈ, ਜੇਕਰ ਤੁਹਾਡੇ ਕੋਲੋਂ ਇਹ ਕੋਈ ਕਲਾ ਸਿੱਖਣਾ ਚਾਹੁੰਦਾ ਆ ਤੇ ਉਹ ਸਿੱਖ ਸਕਦਾ? ਬਿਲਕੁਲ ਜੀ, ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਮੈਂ ਇੱਥੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੂੰਗਾ ਕਿ ਇਹ ਕਲਾ ਸਿਰਫ ਇਹੀ ਕਲਾ ਨਹੀਂ, ਕੋਈ ਵੀ ਕਲਾ ਹੋਵੇ ਜਿਹੜੀ ਸਮਾਜ ਦੇ ਵਿੱਚ ਚੰਗੀ ਸੇਧ ਦਿੰਦੀ ਹੋਵੇ, ਬੱਚਿਆਂ ਨੂੰ ਚੰਗੀ ਸੇਧ ਦਿੰਦੀ ਹੋਵੇ, ਇਹ ਕਲਾ ਜਿੱਥੇ ਹੱਥਾਂ ਦਾ ਇੱਕ ਹੁਨਰ ਹੈ, ਉਹਦੇ ਨਾਲ ਹੀ ਸਾਡੇ ਸਾਹਮਣੇ ਸਿੱਖ ਇਤਿਹਾਸ ਲੈ ਕੇ ਆਉਂਦਾ। ਜਿਹੜੇ ਧਰਮਾਂ ਦੇ ਵੀ ਆਪਾਂ ਮਾਡਲ ਬਣਾਉਂਦੇ ਜਾਂ ਜਿਹੜੇ ਅਜੂਬੇ ਬਣਾਏ ਆ, ਉਹਨਾਂ ਦਾ ਇਤਿਹਾਸ ਦੀ ਜਾਣਕਾਰੀ, ਜਨਰਲ ਨੌਲੇਜ ਤੁਹਾਡਾ ਵਾਧਾ ਕਰਦਾ। ਅਤੇ ਮੈਂ ਇਹੀ ਦੇਸ਼ ਦੇ ਵਿੱਚ ਵਾਸਤੇ ਬੱਚਿਆਂ ਨੂੰ, ਪਰਿਵਾਰਾਂ ਨੂੰ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਕੋਈ ਚੰਗਾ ਖਿਡਾਰੀ ਬਣਾਓ, ਚੰਗਾ ਆਰਟਿਸਟ ਬਣਾਓ, ਕਿਸੇ ਵੀ ਖੇਤਰ 'ਚ ਹੋਵੇ ਅਤੇ ਉਹ ਬਣ ਸਕਦਾ। ਅਤੇ ਮੇਰੇ ਕੋਲੋਂ ਵੀ ਅਗਰ ਜਿਹੜੀ ਜੋ ਦਾਤ ਮਹਾਰਾਜ ਨੇ ਮੈਨੂੰ ਦਿੱਤੀ ਹੈ, ਕੋਈ ਸਿੱਖਣਾ ਚਾਹਵੇ ਤਾਂ ਜ਼ਰੂਰ ਸਿੱਖ ਸਕਦਾ ਹੈ। ਹੋਰ ਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਅਗਰ ਕਿਸੇ ਵੀ ਮੌਕੇ 'ਤੇ ਕੋਈ ਅਜਾਇਬ ਘਰ ਲਈ, ਨਗਰ ਕੀਰਤਨ ਲਈ, ਕਿਸੇ ਹਾਲ ਦੇ ਲਈ ਕੋਈ ਵੱਡਾ ਜਾਂ ਛੋਟਾ ਮਾਡਲ ਬਣਵਾਉਣਾ ਚਾਹੁਣ ਤਾਂ ਮੈਨੂੰ ਸੰਪਰਕ ਕਰ ਸਕਦੇ ਆ। ਪੇਪਰ ਆਰਟਿਸਟ ਗੁਰਪ੍ਰੀਤ ਸਿੰਘ, ਕਿਤੇ ਵੀ ਗੂਗਲ, ਫੇਸਬੁੱਕ 'ਤੇ ਸਰਚ ਕਰਕੇ ਅਤੇ ਮੇਰਾ ਸੰਪਰਕ ਤੁਹਾਨੂੰ ਮਿਲ ਜਾਏਗਾ। ਮੈਂ ਇੱਕ ਗੱਲ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ ਕਿ ਤੁਸੀਂ ਸਿਖਾਉਣ ਦੇ ਕੋਈ ਫੀਸ ਵਗੈਰਾ ਵੀ ਲਓਗੇ? ਬਿਲਕੁਲ ਜੀ, ਅਗਰ ਇਹ ਕਿਰਤ ਹੈਗੀ ਹੈ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ, ਮੈਨੂੰ ਅਗਰ ਫੀਸ ਤਾਂ ਚਾਹੀਦੀ ਹੋਏਗੀ, ਲੇਕਿਨ ਅਗਰ ਕੋਈ ਭਾਵਨਾ ਵਾਲਾ ਮਿਲ ਜਾਏਗਾ, ਮੈਨੂੰ ਨਜ਼ਰ ਆਏਗਾ ਕਿ ਇਹਦੇ ਅੰਦਰ ਕਲਾ ਸਿੱਖਣ ਦੀ ਤਾਂਘ ਹੈਗੀ ਹੈ, ਕੋਈ ਮੈਨੂੰ ਪਿਆਰ ਆ ਜਾਏਗਾ, ਮੋਹ ਆ ਜਾਏਗਾ ਕਿਸੇ ਬੰਦੇ 'ਤੇ, ਬਹੁਤ ਲੋਕਾਂ ਨੂੰ ਮੈਂ ਬਿਨਾਂ ਫੀਸ ਤੋਂ ਵੀ ਟ੍ਰੇਨਿੰਗ ਦੇ ਚੁੱਕਿਆ। ਇਸ ਤਰ੍ਹਾਂ ਦੀ ਤੁਹਾਡੀਆਂ ਕਲਾਕ੍ਰਿਤਾਂ ਵੇਖੀਆਂ ਕਿ ਇਸ ਤਰ੍ਹਾਂ ਭਾਜੀ, ਜਿਸ ਤਰ੍ਹਾਂ ਤੁਸੀਂ ਇੰਨੇ ਮਾਡਲਸ ਤਿਆਰ ਕੀਤੇ ਹੋਏ ਆ, ਤੁਹਾਡੇ ਨਾਲ ਦਾ ਕੋਈ ਹੋਰ ਵੀ ਆਰਟਿਸਟ ਹੈ ਪੰਜਾਬ ਜਾਂ ਪੂਰੇ ਦੇਸ਼ ਦੇ ਵਿੱਚ? ਬਿਲਕੁਲ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਇਹ ਮੈਂ ਕਲਾਕ੍ਰਿਤ ਸ਼ੁਰੂ ਕੀਤੀ ਅਤੇ ਜਿਵੇਂ ਕੰਮ ਕਰਦੇ ਗਏ, ਖੋਜਦੇ ਗਏ ਕਿ ਸ਼ਾਇਦ ਕੋਈ ਇਹੋ ਜਿਹਾ ਇੰਸਟੀਟਿਊਟ ਵੀ ਹੋਵੇ ਜਿੱਥੋਂ ਹੋਰ ਜ਼ਿਆਦਾ ਸਿੱਖ ਸਕੀਏ, ਲੇਕਿਨ ਪਰਮਾਤਮਾ ਨੇ, ਗੁਰੂ ਰਾਮਦਾਸ ਜੀ ਨੇ ਇੰਨੀਆਂ ਝੋਲੀਆਂ ਭਰੀਆਂ ਕਿ ਇਹ ਉਹਨਾਂ ਦੀ ਦਾਤ ਹੀ ਹੈ, ਉਹਨਾਂ ਵੱਲੋਂ ਹੀ ਬਖਸ਼ੀ ਹੋਈ ਕਲਾ ਹੈਗੀ ਹੈ। ਅਤੇ ਅੱਜ ਸਟੱਡੀ ਕਰਕੇ ਇਹ ਪਤਾ ਚੱਲਦਾ ਵੀ ਇਸ ਕੈਟਾਗਰੀ ਦਾ ਜਿਨ੍ਹਾਂ ਨੇ ਇੰਨੇ ਸਾਰੇ ਮਾਡਲ ਧਾਰਮਿਕ ਬਣਾਏ ਹੋਣ ਜਾਂ ਵੰਡਰ ਬਣਾਏ ਹੋਣ, ਇਹੋ ਜਿਹਾ ਮੈਨੂੰ ਅੱਜ ਤਾਈਂ ਕੋਈ ਗੂਗਲ 'ਤੇ ਜਾਂ ਯੂਟਿਊਬ 'ਤੇ ਕੋਈ ਆਰਟਿਸਟ ਨਹੀਂ ਲੱਭਿਆ। ਸੋ ਇਹ ਸਨ ਸਾਡੇ ਨਾਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਇਹਨਾਂ ਦੁਆਰਾ ਤਕਰੀਬਨ ਮੁਲਕਾਂ ਦੇ ਵਿੱਚ ਜਾ ਕੇ ਵਿਜ਼ਿਟ ਕੀਤੀ ਗਈ ਆ ਔਰ ਆਪਣੇ ਜੋ ਮਾਡਲਸ ਨੇ ਉਹ ਪੰਜਾਬੀਆਂ ਦੇ ਨਾਲ ਜੋ ਉੱਥੋਂ ਦੇ ਗੋਰੇ ਨੇ ਉਹਨਾਂ ਨੂੰ ਵੀ ਦਿਖਾਏ ਗਏ ਨੇ ਔਰ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ। ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ TV ਕੈਨੇਡਾ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਜਗਦੀਪ ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।